ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਮੈਂ ਹਾਂ ਨਵਨੀਤ ਤੇ ਵੈਲਕਮ ਟੂ ਫਤਿਹਗੜ੍ਹ। ਸੋ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ 2016 ਤੋਂ 23 ਤੱਕ ਦੇ ਆਪਾਂ ਪ੍ਰੀਵੀਅਸ ਈਅਰ ਕੁਐਸਚਨਸ ਕਰ ਰਹੇ ਹਾਂ। ਪੋਲਿਟੀ ਦੇ ਕੁਐਸਚਨਸ ਅਸੀਂ ਖਤਮ ਕਰ ਲਏ ਨੇ, ਠੀਕ ਹੈ। ਸੋ ਹੁਣ ਆਪਾਂ ਸਟਾਰਟ ਕਰਾਂਗੇ ਅੱਜ ਏਸ਼ੀਅਨ ਹਿਸਟਰੀ ਦੇ ਕੁਐਸਚਨਸ। ਸੋ ਏਸ਼ੀਅਨ ਹਿਸਟਰੀ ਦੀ ਵੀਡੀਓ ਜਿਹੜੀ ਹੈ ਦੋ ਪਾਰਟਸ ਦੇ ਵਿੱਚ ਬਣੇਗੀ। ਆਲਦੋ ਵੀ ਕੁਐਸਚਨਸ ਜਿਹੜੇ ਬਹੁਤ ਘੱਟ ਨੇ, 52 ਹੀ ਕੁਐਸਚਨਸ ਨੇ, ਬਟ ਥੋੜੇ ਜਿਹੇ ਇਹਨਾਂ ਨੂੰ ਸਮਝਾਉਣ ਲਈ ਮੈਨੂੰ ਜਿਹੜੀ ਐਕਸਪਲੇਨੇਸ਼ਨ ਜ਼ਿਆਦਾ ਦੇਣੀ ਪਏਗੀ। ਸੋ ਇਸ ਕਰਕੇ ਜਿਹੜਾ ਆ ਆਪਾਂ ਇਹਨੂੰ ਦੋ ਲੈਕਚਰਸ ਦੇ ਵਿੱਚ ਡਿਵਾਈਡ ਕਰਾਂਗੇ। ਸੋ ਫਸਟ ਕੁਐਸਚਨ ਜਿਹੜਾ ਇਹਦਾ ਹੈਗਾ ਆ, ਇਹ ਆਇਆ ਲੈਕਚਰ ਮਕੈਨੀਕਲ ਇੰਜੀਨੀਅਰਿੰਗ ਐਗਜ਼ਾਮ ਦੇ ਵਿੱਚ 2016 ਦੇ ਵਿੱਚ ਐਗਜ਼ਾਮ ਹੋਇਆ। So first question is, which of the following statement is true? So Indus Valley civilization regarding a question. So first statement ही यदि true है, it was a Bronze Age civilization, ठीक है, अपन सब नू पता है। Second जी है कि it was not based on urban planning, तो it was entirely based on urban planning, सब नू पता है। And Bronze Age Iron Age ਤਾਂ ਹੈ ਨਹੀਂ, सभी गलत है। Indus Valley civilization had no contact with outside world, ਤਾਂ ਇਹ ਵੀ ਗਲਤ ਹੈ। Indus Valley civilization ਜਿਹੜੀ ਹੈ ਉਦੋਂ ਮੀਜ਼ੋਪੋਟਾਮੀਅਨ ਜਾਂ ਸੁਮੇਰੀਅਨ ਸਿਵਲਾਈਜੇਸ਼ਨ ਦੇ ਨਾਲ ਵੀ ਟ੍ਰੇਡ ਲਿੰਕ ਸੀਗੇ। ਇਸ ਤੋਂ ਇਲਾਵਾ ਏਸ਼ੀਅਨ ਕੰਟਰੀਜ਼ ਜਿਵੇਂ ਈਰਾਨ, ਪਾਕਿਸਤਾਨ, ਅਫਗਾਨਿਸਤਾਨ, ਪਾਕਿਸਤਾਨ ਤਾਂ ਚਲੋ ਉਸ ਟਾਈਮ ਨਹੀਂ ਸੀਗਾ, ਬਟ ਉਸ ਏਰੀਆ ਦੇ ਨਾਲ ਜਿਹੜਾ ਆ ਜ਼ਰੂਰ ਇਹਦੇ ਲਿੰਕ ਹੈਗੇ ਸੀਗੇ, ਠੀਕ ਹੈ। ਐਂਡ ਚਾਈਨਾ। So it is initially considered that people from Harappan civilization agriculturally traded with the people from Indus Valley and Mesopotamian civilization, right? Second question is, which is the best known structure among the ancient ruins of Indus Valley civilization in Mohenjo-daro? So Mohenjo-daro the Great Bath बहुत ज़्यादा famous है, as we all know. So the option is C. Third question is, Aryabhatta was an ancient. So Aryabhatta was a famous astronomer and mathematician of India. ਰਾਈਟ। ਸੋ ਇਹਨਾਂ ਦੇ ਬਾਰੇ ਜ਼ਰੂਰ ਥੋੜਾ ਜਿਹਾ ਪੜਾਂਗੇ ਕਿਉਂਕਿ ਹੁਣ ਜਿਹੜੇ ਕੁਐਸਚਨਸ ਆ ਰਹੇ ਨੇ ਕਾਫੀ ਸਟੇਟਮੈਂਟ ਬੇਸਡ ਕੁਐਸਚਨਸ ਆ ਰਹੇ ਨੇ। ਸੋ ਆਰਿਆਭੱਟ ਵਨ ਵਾਜ਼ ਇੰਡੀਅਨ ਮੈਥਮੈਟੀਸ਼ੀਅਨ ਐਂਡ ਐਸਟਰੋਨਮਰ ਹੂ ਲਿਵਡ ਡਿਊਰਿੰਗ ਦ ਰੇਨ ਆਫ ਗੁਪਤਾ ਐਮਪਾਇਰ। ਸੋ ਗੁਪਤਾ ਡਾਇਨੈਸਟੀ ਦੇ ਟਾਈਮ ਦੇ ਸੀਗੇ, ਸੋ ਇਹ ਵੀ ਤੁਹਾਨੂੰ ਯਾਦ ਰੱਖਣਾ ਹੈ। ਪਲੱਸ ਹੀ ਇਜ਼ ਆਲਸੋ ਨੋਨ ਐਜ਼ ਫਾਦਰ ਆਫ ਇੰਡੀਅਨ ਮੈਥਮੈਟਿਕਸ। ਇਸ ਤੋਂ ਇਲਾਵਾ ਜੋ ਉਹਨਾਂ ਦਾ ਕੰਟਰੀਬਿਊਸ਼ਨਸ ਹੈ ਕੀ ਹੈ ਕਿ ਉਹਨਾਂ ਨੇ ਅਪਰੋਕਸੀਮੇਟ ਪਾਈ ਦੀ ਵੈਲਿਊ ਜਿਹੜੀ ਹੈ, ਜਿਹਨੂੰ ਅੱਜ ਆਪਾਂ 3.142 ਜਾਂ 22/7 ਕੈਲਕੂਲੇਟ ਕਰਦੇ ਹਾਂ, ਤਾਂ ਅਪਰੋਕਸੀਮੇਟ ਵੈਲਿਊ ਜਿਹੜੀ ਪਾਈ ਦੀ ਇਹਨਾਂ ਨੇ ਦਿੱਤੀ ਹੈ। ਨਾਲ ਹੀ ਆਲਸੋ ਕਨਕਲੂਡਡ ਦੈਟ ਪਾਈ ਇਜ਼ ਇਰਰੈਸ਼ਨਲ, ਠੀਕ ਹੈ, ਇਹਨਾਂ ਨੇ ਇਹ ਵੀ ਕਨਕਲੂਡ ਕੀਤਾ। ਦੈਨ ਹੀ ਆਲਸੋ ਵਰਕਡ ਔਨ ਦ ਪਲੇਸ ਵੈਲਿਊ ਸਿਸਟਮ ਐਂਡ ਡਿਸਕਵਰਡ ਜ਼ੀਰੋ ਫॉर द फर्स्ट टाइम। ਸਮ ਆਫ ਦ ਰੂਲਸ ਮੇਡ ਬਾਈ ਆਰਿਆਭੱਟ ਫॉर ਕੈਲਕੂਲੇਸ਼ਨ ਆਫ ਕਿਊਬ ਰੂਟਸ ਐਂਡ ਸਕੁਅਰ ਰੂਟਸ, ਜਿਹਨੂੰ ਆਪਾਂ ਅੱਜ ਦੀ ਡੇਟ ਦੇ ਵਿੱਚ ਵੈਦਿਕ ਮੈਥਸ ਦੇ ਵਿੱਚ ਪੜ੍ਹਦੇ ਹਾਂ, ਬੇਕਸ ਦੇ ਵਿੱਚ ਵੀ ਅੱਜ ਕੱਲ੍ਹ ਬੱਚੇ ਪੜ੍ਹਦੇ ਨੇ। ਸੋ ਦੇ ਆਰ ਸਟਿਲ ਇਨ ਯੂਜ਼, ਰਾਈਟ। ਇਸ ਤੋਂ ਇਲਾਵਾ ਇਨ ਐਡੀਸ਼ਨ ਟੂ ਦਿਸ ਆਰਿਆਭੱਟ ਆਲਸੋ ਪ੍ਰੋਵਾਈਡਡ ਦ ਸਰਕਮਫਰੈਂਸ ਆਫ ਅਰਥ, ਜਿਹੜਾ ਕਿ ਅਪਰੋਕਸੀਮੇਟ ਅੱਜ ਦੀ ਕੈਲਕੂਲੇਸ਼ਨ ਦੇ ਇਕੁਅਲੈਂਟ ਹੈ, 39,968.05 ਕਿਲੋਮੀਟਰ। ਇਸ ਤੋਂ ਇਲਾਵਾ 9 ਪਲੈਨਟਸ ਦੇ ਰੇਡੀਅਸ, ਆਰਬਿਟਸ ਦਾ ਜੋ ਰੇਡੀਅਸ ਹੈ ਉਹਦੇ ਬਾਰੇ ਵੀ ਆਰਿਆਭੱਟ ਨੇ ਦੱਸਿਆ ਹੈ। He also said that Earth rotates on its axis, और इसी वजह ਦੇ ਨਾਲ ਕੀ ਹੈ days ਤੇ nights ਹੁੰਦੇ ਨੇ। He wrote ਆਰਿਆਭੱਟਿਆ ਉਹਨਾਂ ਨੇ ਇੱਕ ਬੁੱਕ ਲਿਖੀ ਹੈ which is written in verse couplets. It is divided in different sections, name Gitika Padam, Ganit Padam, Kalkriya Padam and Gol Padam, right? ਨੈਕਸਟ ਜਿਹੜਾ ਪੇਪਰ ਹੈਗਾ ਸੀ ਡਿਸਟ੍ਰਿਕਟ ਸੈਨਿਕ ਵੈਲਫੇਅਰ ਆਫਿਸਰ 2016 ਦਾ। ਸੋ ਇਹਦੇ ਵਿੱਚ ਜਿਹੜਾ ਕੁਐਸਚਨ ਆਇਆ ਏਸ਼ੀਅਨ ਹਿਸਟਰੀ ਦਾ, ਦੈਟ ਇਜ਼ ਗ੍ਰੀਕ ਨੇਮ ਪੁੱਛਾਂਗੇ ਨੇ ਰਿਵਰ ਜੇਲਮ ਦਾ। ਸੋ ਇਟ ਇਜ਼ ਹਾਈ ਸਪੇਸ। ਸੋ ਇਹਦੇ ਵਿੱਚ ਕੁਝ ਮੈਂ ਰਿਵਰਸ ਦੇ ਡੇਜ਼ ਇਨਕਲੂਡ ਕੀਤੇ, ਏਸ਼ੀਅੰਟ ਨੇਮ ਵੀ ਹੈ, ਕੁਝ ਰਿਵਰਸ ਦੇ ਗ੍ਰੀਕ ਨੇਮਸ ਨੇ, ਔਰ ਕੁਝ ਰਿਵਰਸ ਵਿੱਚ ਦੇਖੋਗੇ ਤਿੱਬਤਨ ਨੇਮ ਵੀ ਲਿਖੇ ਹੋਏ ਆ। ਸੋ ਪ੍ਰੈਜ਼ੈਂਟ ਡੇ ਦੇ ਵਿੱਚ ਇਹਨਾਂ ਨੂੰ ਇੰਦਸ ਕਹਿੰਦੇ ਆ, ਜਿਵੇਂ ਕਿ ਫਸਟ ਵਨ ਇਜ਼ ਇੰਦਸ, ਔਰ ਏਸ਼ੀਅਨ ਨੇਮ ਇਹਦਾ ਹੈਗਾ ਸੀਗਾ ਸਿੰਧੂ, ਔਰ ਸਿੰਗੀ ਖੰਬਾਮ ਇਹਨੂੰ ਕਹਿੰਦੇ ਆ ਤਿੱਬਤ ਦੇ ਵਿੱਚ। ਗੰਗਾ ਨੂੰ ਪਦਮਾ ਕਹਿੰਦੇ ਆ, ਬੰਗਲਾਦੇਸ਼ੀ ਨੇਮ ਹੈ ਇਹਦਾ। ਯਮੁਨਾ ਕਲੰਦੀ ਇਹਦਾ ਏਸ਼ੀਅਨ ਨੇਮ ਹੈ। ਜੇਲਮ ਵਿਤਾਤਸਾ ਏਸ਼ੀਅਨ ਨੇਮ ਹੈ, ਜਦਕਿ ਹਾਈ ਸਪੇਸ ਜਿਹੜਾ ਆ ਗ੍ਰੀਕ ਨੇਮ ਹੈ। ਚਨਾਬ ਆਸਕਿਨੀ ਏਸ਼ੀਅਨ ਨੇਮ ਹੈ, ਔਰ ਚੰਦਰਭਾਗ ਵੀ ਇਸ ਕਰਕੇ ਕਹਿੰਦੇ ਆ ਕਿਉਂਕਿ ਚੰਦਰ ਤੇ ਭਾਗ ਦੋ ਟ੍ਰਿਬਿਊਟਰੀਜ਼ ਮਿਲ ਕੇ ਜਿਹੜਾ ਆ ਚੰਦਰਭਾਗ ਯਾਨੀ ਕਿ ਚਨਾਬ ਦੇ ਵਿੱਚ ਮਰਜ ਹੋ ਜਾਂਦੀਆਂ ਨੇ। ਰਾਵੀ ਪਰੂਸਵੀ ਇਹਦਾ ਏਸ਼ੀਅਨ ਨੇਮ ਹੈ। ਰਾਵਤੀ ਵੀ ਹੈ। ਬਿਆਸ ਵਿਪਾਸ਼ ਇਹਦਾ ਏਸ਼ੀਅਨ ਨੇਮ ਹੈ, ਔਰ ਹਾਈਫੇਸਿਸ ਇਹਦਾ ਗ੍ਰੀਕ ਨੇਮ ਹੈ। ਸੋ ਇਹ ਵੀ ਇੰਪੋਰਟੈਂਟ ਆ ਬਿਆਸ ਦਾ ਵੀ। ਉਸ ਤੋਂ ਬਾਅਦ ਆ ਗਿਆ ਤੁਹਾਡਾ ਸਤਲੁਜ। ਸਤੁਦਰੀ ਇਹਦਾ ਏਸ਼ੀਅਨ ਨੇਮ ਹੈ। ਜ਼ਰੋਦਰੋਸ ਇਹਦਾ ਗ੍ਰੀਕ ਨੇਮ ਹੈ, ਠੀਕ ਹੈ, ਰਿਵਰ ਸਤਲੁਜ ਦਾ। ਔਰ ਲੈਂਚਨ ਖੰਬਾਬ ਇਹਦਾ ਜਿਹੜਾ ਆ ਤਿੱਬਤਨ ਨੇਮ ਹੈ। ਬ੍ਰਹਮਪੁੱਤਰਾ ਦਾ ਦਿਹਾਂਗ ਤੇ ਸੈਂਕੋ ਤਿੱਬਤਨ ਨੇਮ ਹੈ। ਕ੍ਰਿਸ਼ਨਾ ਦਾ ਕਰਸਵੇਨੀ ਜਾਂ ਕਿਹਨੂੰ ਕਹਿੰਦੇ ਆ ਕਾਹਨਾਪਿਨ, ਠੀਕ ਹੈ, ਇਹਦਾ ਏਸ਼ੀਅਨ ਨੇਮ ਹੈ।
नर्मदा नमादे ग्रीक नेम है दा, लूणी सागरमती लावणती, बेटवा विरावती, देन चंबाल चरमानवती, गंधक सदानीर, ठीक है। सदानीर रिवर के बारे एक क्वेश्चन भी आएगा आगे जाके, राइट, वो भी आप देखांगे। सो गंधक रिवर अज की डेट च आप किन्ने आ, कोसी, कौशिक, घग्गर, करनाली, काबुल, उभ ते स्वात सुवास्तु। सो नेक्स्ट क्वेश्चन इज पतंजलि इज वेल नोन फॉर द कंपाइलेशन ऑफ, सो पतंजलि ਤੁਹਾਨੂੰ ਪਤਾ ਸਭ ਨੂੰ ਅੱਜ ਤੇ ਵੈਸੇ ਵੀ ਇੱਕ ਬ੍ਰਾਂਡ ਹੀ ਬਣ ਗਿਆ ਯੋਗ ਦੇ ਨਾਲ ਹੀ ਐਸੋਸੀਏਟਡ ਹੈ। ਸੋ ਫਰਮ ਹੇਅਰ ਯੂ ਕੈਨ ਰਿਮੈਂਬਰ ਯੋਗ ਸੂਤਰਾ। ਸੋ ਇਸ ਤੋਂ ਇਲਾਵਾ ਜਿਹੜੀਆਂ ਬਾਕੀ ਆਪਸ਼ਨਸ ਨੇ, ਸੋ ਪੰਚਤੰਤਰਾ ਜਿਹੜਾ ਸੀਗਾ ਇਟ ਵਾਸ ਰਿਟਨ ਬਾਈ ਵਿਸ਼ਨੂੰ ਸ਼ਰਮਾ। ਇਹਦੇ ਵਿੱਚ ਬੜੀਆਂ ਫੇਮਸ ਕਹਾਣੀਆਂ ਨੇ ਜਿਹੜੀਆਂ ਥਰੂ ਆਊਟ ਵਰਲਡ ਜਿਹੜੀਆਂ ਨੇ ਫੇਮਸ ਨੇ। ਪੜ੍ਹ ਕੇ ਵੇਖੋ, ਅੱਜ ਛੋਟੇ ਹੁੰਦੇ ਵੀ ਆਪਾਂ ਪੜ੍ਹਦੇ ਹੁੰਦੇ ਸੀ, ਮੈਨੂੰ ਅਜੇ ਵੀ ਯਾਦ ਹੈ ਜਿਹੜਾ ਉਹ ਮਗਰਮੱਛ ਦਾ ਫਰੈਂਡ ਬਣਦਾ ਬੰਦਰ, ਤੇ ਉਹ ਕਹਿੰਦਾ ਕਿ ਇਹ ਜਾਮਨ ਦੇ ਪੇਟ 'ਚ ਰਹਿੰਦਾ ਆ ਤੇ ਉਹ ਫਰੈਂਡ ਬਣ ਜਾਂਦਾ। ਉਹਦੀ ਵਾਈਫ ਨੂੰ ਲੱਗਦਾ ਕਿ ਰੋਜ਼ ਜਾਮਨ ਖਾਂਦਾ ਤਾਂ ਦਿਲ ਕਿੰਨਾ ਵਧੀਆ ਹੋਏਗਾ, ਸੋ ਕਿਉਂ ਨਾ ਇਹਦਾ ਇਹਨੂੰ ਹੀ ਖਾ ਲਿਆ ਜਾਏ। ਸੋ ਫਿਰ ਉਹਨੂੰ ਬਹਾਨੇ ਨਾਲ ਲੈ ਜਾਂਦਾ ਰਸਤੇ 'ਚ, ਉਹਨੂੰ ਦੱਸ ਦਿੰਦਾ ਆ ਜਿਹੜਾ ਮਗਰਮੱਛ ਹੁੰਦਾ ਫਰੈਂਡ ਉਹਦਾ, ਤੇ ਉਹ ਕਹਿੰਦਾ ਯਾਰ ਤੂੰ ਮੈਨੂੰ ਪਹਿਲਾਂ ਨਹੀਂ ਦੱਸਿਆ, ਦਿਲ ਤੇ ਮੈਂ ਆਪਣਾ ਪੇਟ ਤੇ ਰੱਖ ਆਇਆ। ਸੋ ਇਦਾਂ ਦੀਆਂ ਕਹਾਣੀਆਂ ਬਹੁਤ ਵਧੀਆ ਨੇ ਪੰਚਤੰਤਰਾਂ ਦੇ ਵਿੱਚ ਜਿਹੜੀਆਂ ਵਰਲਡ ਫੇਮਸ ਨੇ, ਔਰ ਮੋਰਲ ਵੈਲਿਊਜ਼ ਵਾਸਤੇ ਜਿਹੜਾ ਆ ਇਹਨੂੰ ਪੜ੍ਹਾਇਆ ਜਾਂਦਾ ਆ, ਠੀਕ ਹੈ। ਸੋ ਕਦੇ ਟਾਈਮ ਮਿਲੇ ਤਾਂ ਜ਼ਰੂਰ ਪੜ੍ਹਨਾ। Then Brahma Sutra, it was written by Badrayan. Then Charak, also known as father of Ayurveda, in his book Charak Samhita, he had mentioned about 340 plant types and about 200 animal types. ठीक है जी। So ये भी अगे वाले ਜਿਹੜੇ ਆਉਣ ਵਾਲੇ ਪੇਪਰ ਉਹਨਾਂ ਵਿੱਚ ਪੁੱਛਿਆ ਜਾ ਸਕਦਾ ਹੈ। Then ਆ ਗਿਆ ਤੁਹਾਡਾ 2016 ਦਾ ਇੰਸਪੈਕਟਰ ਕੋਆਪਰੇਟਿਵ ਸੁਸਾਇਟੀਜ਼। ਸੋ ਇਹਦੇ ਵਿੱਚ ਜਿਹੜਾ ਫਸਟ ਕੁਐਸਚਨ ਆਇਆ ਹੈ, ਆਈ ਥਿੰਕ ਇੱਕੋ ਹੀ ਕੁਐਸਚਨ ਆਇਆ ਇਹ ਵਾਲਾ, ਗ੍ਰੀਕ ਅੰਬੈਸਡਰ ਮੈਗੈਸਥੀਨਸ ਕੇਮ ਟੂ ਇੰਡੀਆ ਡਿਊਰਿੰਗ ਦ ਟਾਈਮ ਆਫ ਵਿਚ ਫੋਲੋਇੰਗ ਮੌਰੀਅਨ ਕਿੰਗ। ਸੋ ਹੀ ਕੇਮ ਡਿਊਰਿੰਗ ਚੰਦਰਗੁਪਤਾ ਔਰ ਚੰਦਰਗੁਪਤਾ 1। ਚੰਦਰਗੁਪਤਾ 2 ਨੂੰ ਆਪਾਂ ਚੰਦਰਗੁਪਤ ਵਿਕਰਮਾਦਿੱਤਿਆ ਵੀ ਬੋਲਦੇ ਹਾਂ। ਸੋ ਉਹਨਾਂ ਦੇ ਟਾਈਮ ਤੇ ਨਹੀਂ ਆਏ ਸੀ, ਬਟ ਮੈਗੈਸਥੀਨਸ ਜਿਹੜਾ ਸੀਗਾ ਉਹ ਚੰਦਰਗੁਪਤਾ ਦੇ ਪੀਰੀਅਡ ਤੇ, ਚੰਦਰਗੁਪਤਾ 1 ਦੇ ਪੀਰੀਅਡ ਤੇ ਆਏ ਸੀ। ਨੈਕਸਟ ਹੈ, ਹੂ ਵਾਜ਼ ਦ ਫਰਸਟ ਇੰਡੀਅਨ ਰੂਲਰ, ਇਹਦੇ ਤੇ ਅੱਗੇ ਆਇਆ ਐਗਜ਼ਾਮ ਪੇਪਰ, ਸੌਰੀ ਕੁਐਸਚਨ, who was the first Indian ruler who inscribed his messages on rocks and stone pillars। ਸਭ ਨੂੰ ਪਤਾ ਹੈ ਅਸ਼ੋਕਾ ਸੀਗਾ, ਐਂਡ ਜੇਮਸ ਪ੍ਰਿੰਸਪ was the one ਜਿਹਨੇ ਸਭ ਤੋਂ ਪਹਿਲਾਂ ਇਸ ਚੀਜ਼ ਨੂੰ ਆਇਡੈਂਟੀਫਾਈ ਕੀਤਾ, ਠੀਕ ਹੈ। ਅਗਰ ਕਿਤੇ ਕੁਐਸਚਨ ਦੇ ਵਿੱਚ ਆ ਜਾਏ ਜੇਮਸ ਪ੍ਰਿੰਸਪ। ਨੈਕਸਟ ਹੈ, what is the most unique feature of Harappan civilization। ਸੋ ਸਭ ਨੂੰ ਪਤਾ ਹੈ ਅਰਬਨ ਪਲੈਨਿੰਗ ਜਿਹੜੀ ਹੈ, it was the most unique feature of Harappan civilization। Next है, what was the largest Indus site of Indian site of Indus civilization। so far ਤੇ ਮੋਹਨਜੋਦਾਰੋ ਹੀ ਆਪਾਂ ਕਰਦੇ ਆਏ ਹਾਂ, ਲੇਕਿਨ ਇਨ ਕੇਸ ਕੁਐਸਚਨ ਜਿਹੜਾ ਚੇਂਜ ਹੋ ਕੇ ਆਉਂਦਾ ਹੈ, ਆਪਸ਼ਨ ਜਿਹੜੀ ਹੈ ਰਾਖੀਗੜ੍ਹੀ ਵੀ ਦਿੰਦਾ ਆ, ਠੀਕ ਹੈ, ਤੇ ਆਪਾਂ ਰਾਖੀਗੜ੍ਹੀ ਲਿਖਾਂਗੇ, ਠੀਕ ਹੈ। So until now, specialists in Harappan civilization had argued that Mohenjo-daro in Pakistan was the largest among 2,000 Harappan sites known to exist in India, Pakistan and Afghanistan। The archaeological remains of Mohenjo-daro extended around 300 hectares, but with the discovery of two additional mounds, the total area of Rakhigarhi is 350 hectares बन गया है। And now Rakhigarhi has become the largest Harappan site in the Indian subcontinent, right? Move to the next question. So next question ਜਿਹੜਾ ਆ ਪੁੱਛਿਆ ਗਿਆ ਜੁਆਇੰਟ ਡਾਇਰੈਕਟਰ ਔਰ ਡਿਪਟੀ ਡਾਇਰੈਕਟਰ ਡਿਪਾਰਟਮੈਂਟ ਆਫ ਇਨਫੋਰਮੇਸ਼ਨ ਐਂਡ ਪਬਲਿਕ ਰਿਲੇਸ਼ਨ 2016 ਦੇ ਵਿੱਚ। ਸੋ ਸਟੂਪਾ ਸਾਈਟ ਵਿਚ ਇਜ਼ not connected, ठीक है, not connected with incident of Lord Buddha's life। So directly Lord Buddha's life ਦੇ ਬਾਰੇ ਪੁੱਛਿਆ ਗਿਆ ਕਿ ਇਹਨਾਂ ਚੋਂ ਕਿਹੜਾ ਰਿਲੇਟਡ ਨਹੀਂ ਹੈ। ਸੋ ਆਨਸਰ ਇਜ਼ ਬੀ ਸਾਂਚੀ। ਰੀਜ਼ਨ ਬੀਇੰਗ ਲੁੰਬਿਨੀ ਇਹਦੇ ਵਿੱਚ ਹੈ ਨਹੀਂ ਵੈਸੇ, ਠੀਕ ਹੈ। ਇਨ ਕੇਸ ਆਪਸ਼ਨ ਆਉਂਦੀ ਤਾਂ ਆਪਾਂ ਲਿਖ ਸਕਦੇ ਸੀਗੇ ਕਿ ਇਹ ਵੀ ਠੀਕ ਹੈ, ਇਟ ਇਜ਼ ਰਿਲੇਟਡ, ਠੀਕ ਹੈ, ਬਟ ਇੱਥੇ ਜੇ ਲੁੰਬਿਨੀ ਹੁੰਦਾ ਤਾਂ ਫਿਰ ਸਾਰੀਆਂ ਹੀ ਰਿਲੇਟਡ ਹੋਣੀਆਂ ਸੀ, ਠੀਕ ਹੈ। ਸੋ ਲੁੰਬਿਨੀ ਜਿਹੜੀ ਹੈ ਬਰਥ ਪਲੇਸ ਸੀ ਲਾਰਡ ਬੁੱਧਾ ਦੀ, ਬੋਧ ਗਾਇਆ ਉਹ ਪਲੇਸ ਸੀ ਜਿੱਥੇ ਉਹਨਾਂ ਨੂੰ ਐਨਲਾਈਟਨਮੈਂਟ ਮਿਲੀ। ਸਾਰਨਾਥ ਉਹ ਪਲੇਸ ਸੀਗੇ ਜਿੱਥੇ ਉਹਨਾਂ ਨੇ ਆਪਣਾ ਫਰਸਟ ਸਰਮਨ ਜਿਹੜਾ ਡਿਲੀਵਰ ਕੀਤਾ, ਐਂਡ ਖੁਸ਼ੀਨਗਰ ਜਿਹੜੀ ਆ ਉਹਨਾਂ ਦੀ ਡੈਥ ਪਲੇਸ ਸੀ। ਸੋ ਖੁਸ਼ੀਨਗਰ, ਬੋਧ ਗਾਇਆ ਤੇ ਸਾਰਨਾਥ ਤਿੰਨੇ ਹੀ ਹੈਗੀਆਂ ਨੇ ਇਹਦੇ ਵਿੱਚ, ਲੇਕਿਨ ਸਾਂਚੀ ਨਹੀਂ ਹੈ। ਸੋ ਸਾਂਚੀ ਇਜ਼ ਨਾਟ ਡਾਇਰੈਕਟਲੀ ਰਿਲੇਟਡ ਟੂ ਬੁੱਧਾ। ਸੋ ਇਹ ਆਨਸਰ ਸੀ ਸਾਂਚੀ, ਠੀਕ ਹੈ। ਨੈਕਸਟ ਇਜ਼ ਪ੍ਰਭਾਸਗਿਰੀ। ਪ੍ਰਭਾਸਗਿਰੀ ਜਿਹੜਾ ਪਿਲਗ੍ਰਿਮ ਸਪॉट ਹੈਗਾ ਆ ਜੈਨਸ ਦਾ, right? So explanation ਇਹਦੀ ਦੇਖ ਲੈਂਦੇ ਆ। It is a famous pilgrim place of the Jainas, is on the banks of Jamuna river near to Allahabad। ਇਹ ਮੰਨਿਆ ਜਾਂਦਾ ਹੈ ਕਿ ਜਿਹੜੇ ਸਿੱਖ ਤੀਰਥੰਕਾਰ ਹੋਏ ਨਾ ਜੈਨਿਜ਼ਮ ਦੇ ਪਦਮ ਪ੍ਰਭੂ, ਉਹਨਾਂ ਨੇ ਇੱਥੇ ਕਲਿਆਣਾ ਜਿਹੜਾ ਸੀਗਾ, ਇਹਨਾਂ ਦੇ 2 ਕਲਿਆਣਾਸ ਜਿਹੜੇ ਅਚੀਵ ਕੀਤੇ ਆ।
ਕਲਿਆਣਾਸ ਕੀ ਹੁੰਦੇ ਜੈਨਸ ਦੇ ਵਿੱਚ, ਇਹ ਵੀ ਆਪਾਂ ਪੜਾਂਗੇ। ਸੋ देयर इज अ जैन टेंपल ऑन हिलटॉप दैट अट्रैक्ट पिलग्रिम्स, ਇਹ ਜਿਹੜਾ ਪ੍ਰਭਾਸ ਗਿਰੀ ਹੈ। जैन सेलिब्रेट 5 मेजर इवेंट्स, 5 मेजर इवेंट्स ਜਿਹਨੂੰ ਪੰਜ ਕਲਿਆਣਾਸ ਵੀ ਬੋਲਦੇ ਆ ਜੈਨਸ, ਠੀਕ ਹੈ। ਲਾਈਫ ਇੱਕ ਤੀਰਥੰਕਾਰ ਦੀ ਲਾਈਫ ਦੇ ਵਿੱਚ ਹੁੰਦੇ ਆ, ਦੇ ਆਰ ਕਾਲਡ ਪੰਜ ਕਲਿਆਣਾ ਔਰ auspicious events। they are commemorated as part of many Jain rituals and festivals। ਹੁਣ ਇਹ ਕਿਹੜੇ ਨੇ ਪੰਜ ਕਲਿਆਣਾ? ਸਭ ਤੋਂ ਪਹਿਲਾ ਹੈਗਾ ਆ ਸ਼ਵਣ ਕਲਿਆਣਾ। ਸ਼ਵਣ ਕਲਿਆਣਾ ਕੀ ਹੁੰਦਾ ਹੈ ਕਿ ਜਦੋਂ ਇੱਕ ਸੋਲ ਜਿਹੜੀ ਆ ਆਪਣੀ ਬੋਡੀ ਤੋਂ ਅਲੱਗ ਹੋ ਕੇ ਕਿਸੇ ਮਦਰ ਦੀ ਵੂਮ ਦੇ ਵਿੱਚ ਐਂਟਰ ਕਰਦੀ ਆ, ਠੀਕ ਹੈ। ਸੋ ਐਂਡ ਕਨਸੀਵਡ ਇਨ ਮਦਰਸ ਵੂਮ। ਦੂਸਰਾ ਹੈਗਾ ਜਨਮ ਕਲਿਆਣਾ। ਜਨਮ ਕਲਿਆਣਾ ਜਦੋਂ ਉਹ ਐਕਚੁਅਲ ਦੇ ਵਿੱਚ ਜਨਮ ਲੈ ਲੈਂਦੀ ਆ, ਰਾਈਟ। ਦੈਨ ਉਸ ਤੋਂ ਬਾਅਦ ਥਰਡ ਵਨ ਇਜ਼ ਦੀਕਸ਼ਾ ਕਲਿਆਣਾ। ਦੀਕਸ਼ਾ ਕਲਿਆਣਾ ਹੁੰਦਾ ਹੈ ਕਿ ਜਦੋਂ ਉਹ ਵਰਡਲੀ ਪੋਜੈਸ਼ਨਸ ਜਿਹੜੇ ਛੱਡ ਕੇ ਇੱਕ ਸਾਧੂ ਬਣ ਜਾਂਦਾ ਬੰਦਾ, ਮੌਂਕ, ਰਾਈਟ। ਨੈਕਸਟ ਹੈਗਾ ਆ केवल ज्ञान कल्याण। केवल ज्ञान तो मतलब एज इट इज क्लीयर है कि केवल ज्ञान के नाल ही रिस्ट्रिक्टेड रह जाता बंदा, बाकी वर्डली एक्सपीरियंस सारे जिहड़े गिव आउट कर दिंदा है, ठीक है, फॉरगिव कर दिंदा है। So this is the most important event for entire Jain order as the Tirthankar reinstates Jain Sangh and preaches the Jain path of purification and liberation। Last है Nirvana Kalyana। So this event is when Tirthankar soul is liberated from this worldly physical existence forever and becomes a सिद्ध बन जाता, मतलब ये वर्ड दुनिया छाड़ के त्याग के और सिद्ध बन जाता। So on this day the Tirthankar soul destroys the 4 aghati karmas completely and attains salvation, the state of eternal bliss। Next है, which one of the following pair is correctly matched? सो फर्स्ट है कि हड़प्पन सिविलाइजेशन पेंटेड ग्रे वेयर तो गलत है, क्योंकि पेंटेड ग्रे वेयर जो ये अर्ली और वैदिक और लेटर वैदिक पीरियड के जाके आ रहा है, ठीक है। नेक्स्ट है कि कुशनास और गंधारा स्कूल ऑफ आर्ट तो बिल्कुल ठीक है। मुगल्स जनता पेंटिंग ये भी गलत है, ठीक है, दिस इज एंटायरली रिलेटेड टू बुद्धिज्म। एंड मराठास पहाड़ी स्कूल ऑफ पेंटिंग ये भी गलत है, बहुत लेटली ये डिवेलप हुई है, ठीक है, इन द इंडियन रीजन। सो मराठास का नहीं है, नाल कोई लेन देन। So painted grey ware culture probably corresponds to the middle and late Vedic period, that is Kuru Panchal kingdom, the first large state in Indian subcontinent after the decline of Indus Valley civilization। Ajanta ਜਿਹੜੀ ਹੈ caves ਸੀਗੀਆਂ, they were inscribed by Buddhist monks under the patronage of Vakatak king ਜਿਹੜੇ ਹੋਏ ਨੇ। Hari Sen became the prominent one। ਉਸ ਤੋਂ ਬਾਅਦ ਸਤਵਾਹਨਸ ਹੋ ਗਏ, ਠੀਕ ਹੈ। then ਉਸ ਤੋਂ ਬਾਅਦ ਜਿਹੜਾ ਹੈ ਚਾਲੁਕਿਆਸ ਹੋ ਗਏ, right। Then ਉਸ ਤੋਂ ਬਾਅਦ paintings in Ajanta caves are generally themed around Buddhism, the life of Buddha and Jatak stories। पहाड़ी paintings ਜਿਹੜੀਆਂ these are umbrella word for type of Indian paintings ਜਿਹੜੀਆਂ ਕਿ ਹਿਮਾਲयन ਜਿਹੜੀਆਂ hill kingdoms ਨੇ ਨਾਰਥ ਇੰਡੀਆ ਦੇ, ਉਹਦੇ ਵਿੱਚ origin ਹੋਈ। ਨੈਕਸਟ ਤੁਹਾਡੇ ਆਗੇ ਜੇ CDPO ਦਾ ਐਗਜ਼ਾਮ 2017 ਦੇ ਵਿੱਚ ਜਿਹੜਾ ਹੋਇਆ। ਸੋ ਇਹਦੇ ਵਿੱਚ ਜਿਹੜਾ ਕੁਐਸਚਨ ਆਇਆ ਫਰਸਟ ਦ ਵਰਡ ਸਤਯਮੇਵ ਜਯਤੇ। ਸੋ ਇਹ ਤੁਹਾਨੂੰ ਸਭ ਨੂੰ ਹੀ ਪਤਾ ਹੈ, ਮੰਦਾਗੋ ਉਪਨਿਸ਼ਦ ਤੋਂ ਲਿਆ ਗਿਆ ਆ। ਸੋ ਉਪਨਿਸ਼ਦ ਜਿਹੜੇ ਆ ਵਿਦਾਂਤ ਮਤਲਬ ਵੇਦੋਂ ਦਾ ਅੰਤ ਤੇ ਉਸ ਤੋਂ ਬਾਅਦ ਉਪਨਿਸ਼ਦ ਸਟਾਰਟ ਹੋਏ ਸੀ ਤਾਂ ਬੇਸਿਕਲੀ ਫੇਮਸ ਕਮੈਂਟਰੀਜ਼, ਠੀਕ ਹੈ। ਸੋ ਸਤਯਮੇਵ ਜਯਤੇ ਚ ਇੰਪੋਰਟੈਂਟ ਵਨ ਮੈਂ ਲਿਆ ਮੰਦਾਗੋ ਉਪਨਿਸ਼ਦ ਤੋਂ। ਉਸ ਤੋਂ ਬਾਅਦ ਸੀਕ੍ਰੇਟ ਆਫ ਡੈਥ ਜਿਹੜਾ ਹੈ ਕਥਾ ਉਪਨਿਸ਼ਦ ਤੋਂ ਲਿਆ ਗਿਆ ਆ। ਇਨ ਕੇਸ ਕੱਲ ਨੂੰ ਆ ਜਾਣ ਜਾਂ ਮੇਰੀ ਵੀਡੀਓ ਵੇਖ ਕੇ ਕੋਈ ਕੁਐਸਚਨ ਪਾ ਦੇ ਤੇ ਯਾਦ ਕਰ ਲਿਓ। ਦੈਨ ਉਸ ਤੋਂ ਬਾਅਦ ਬ੍ਰਿਹਦਰਨਾਇਕ ਉਪਨਿਸ਼ਦ, ਸੋ ਇਹ ਵੀ ਕਾਫੀ ਵਾਰੀ ਆਇਆ। ਇਹਦੇ ਵਿੱਚ ਟ੍ਰਾਂਸਮਾਈਗ੍ਰੇਸ਼ਨ ਆਫ ਸੋਲ ਦੇ ਬਾਰੇ ਲਿਖਿਆ ਹੈ ਕਿ ਜਿੱਦਾਂ ਜਿਹੜੀ ਆਤਮਾ ਸਾਡੀ ਸਰੀਰ ਬਦਲਦੀ ਹੈ, ਠੀਕ ਹੈ। ਦੈਨ ਅਹੰਸ ਬ੍ਰਹਮਸੀ ਮਤਲਬ ਕਿ ਆਈ ਐਮ ਬ੍ਰਹਮਾ ਦਾ ਡਿਵਾਈਨ, ਇਹ ਵੀ ਬ੍ਰਿਹਦਰਨਾਇਕ ਉਪਨਿਸ਼ਦ ਦੇ ਵਿੱਚ ਆ। ਏਕਮ ਇਵਾਦਵਿਤਯਮ ਬ੍ਰਹਮਾ, ਸੋ ਇਹ ਜਿਹੜਾ ਛੰਦੋਗ ਉਪਨਿਸ਼ਦ ਦੇ ਵਿੱਚ ਹੈ। ਸਵਰਨਮ ਕਲਿਗਦਮ ਬ੍ਰਹਮਾ, ਇਹ ਜਿਹੜਾ ਆ ਅਗੇਨ ਛੰਦੋਗ ਉਪਨਿਸ਼ਦ ਦੇ ਵਿੱਚ ਹੈ। ਦੈਨ ਅਗੇਨ ਇਹ ਥੋੜਾ ਜਿਹਾ ਇੰਪੋਰਟੈਂਟ ਮੈਨੂੰ ਲੱਗਦਾ ਕਿਉਂਕਿ ਇਹਦੇ ਵਿੱਚ ਇਹਦਾ ਮੀਨਿੰਗ ਬੜਾ ਵਧੀਆ ਨਿਕਲਦਾ ਆ। ਮਤਰੂ ਦੇਵੋ ਭਵਾ, ਪਿਤਰੂ ਦੇਵੋ ਭਵਾ, ਆਚਾर्य ਦੇਵੋ ਭਵਾ, ਅਤਿਥੀ ਦੇਵੋ ਭਵਾ means let your mother be your goddess unto you, let your father be god unto you, let your teacher be god unto you and let your guest be god unto you। So it is mentioned in Taittiriya Upanishad। Then last one is Satema Sadghama Tamasoma Yodirghama Mratyama Amritam Ghamaya, from falsehood lead me to the truth, from darkness lead me to the light, from death lead me to the immortality। Again it is mentioned in ਬ੍ਰਿਹਦਰਨਾਇਕ ਉਪਨਿਸ਼ਦ ਜਿਹਦੇ ਵਿੱਚ ਟ੍ਰਾਂਸਮਾਈਗ੍ਰੇਸ਼ਨ ਆਫ ਸੋਲ ਦੇ ਬਾਰੇ ਲਿਖਿਆ ਹੋਇਆ ਹੈ, ਠੀਕ ਹੈ ਜੀ। ਨੈਕਸਟ ਹੈਗਾ ਪੋਸਟ ਆਫ ਆਡਿਟ ਆਫਿਸਰ ਡਿਪਾਰਟਮੈਂਟ ਆਫ ਕੋਆਪਰੇਸ਼ਨ ਪੰਜਾਬ 2017 ਦੇ ਵਿੱਚ। ਅਗੇਨ ਕੁਐਸਚਨ ਰਿਪੀਟ ਹੋਇਆ ਇੰਡਸ ਵੈਲੀ ਸਿਵਲਾਈਜੇਸ਼ਨ ਦਾ, ਠੀਕ ਹੈ, ਥੋੜਾ ਜਿਹਾ ਚੇਂਜ ਕਰਕੇ ਇਹਨਾਂ ਨੇ ਪਾਤਾ ਹੈ ਬ੍ਰੌਂਜ਼ ਏਜ।
सखी शब्द रैमनी रमैन। सो ये कबीर जी के ने, ठीक है, लिटरेरी वर्क्स ने। सो इन्हों के कुछ होर भी वर्क्स ने देख लें। वो आते हैं कबीर बीजक, कबीर पराजय, सखी ग्रंथ, आदि ग्रंथ एंड कबीर ग्रंथावली। नैक्सट आ गया जी थोड़ा PCS का एग्जाम 2017 के जो एग्जैक्टिव ब्रांच का इंटरनल एग्जाम जो आप कह रहे हैं वो जो क्वेश्चन आए हैं। सो ये सब तो पहला क्वेश्चन है बुद्धिस्ट कौंसल के बारे पूछा गया। 4 फेमस बुद्धिस्ट कौंसल्स हुई, सब के बारे आप डिस्कस करेंगे। फर्स्ट वन जी है इट टुक प्लेस ड्यूरिंग द रेन ऑफ अजात शत्रु। सो आप चारे ही जड़ियाँ डिस्कस कर लें। सब तो पहला जी फर्स्ट बुद्धिस्ट कौंसल है 483 BC के हुई है राजगृह सत्तानी केर के अंडर द प्रेजिडेंटशिप ऑफ महाकश्यप एंड ड्यूरिंग द रेन ऑफ अजात शत्रु ऑफ हर्यंक डायनेस्टी। और ये मेनली की है कि बुद्धा टीचिंग दी कंपाइलेशंस हुई ने 2 पिटक्स के सुत्त पिटक ते विनय पिटक। एक बुद्धा दी लाइफ के बारे दसिया गया, दूसरे बुद्धिज्म के जो रूल्स एंड रेगुलेशंस ने वो बारे दसिया गया। दैन उस तो बाद जी सैकेंड बुद्धिस्ट कौंसल हुई है विशाली के हुई है 383 BC के अंडर द प्रेजिडेंटशिप ऑफ सर्वकामी ड्यूरिंग द रेन ऑफ कल अशोक ऑफ शिशुनाग डायनेस्टी। और ये बेसिकली जी बुद्धिज्म है इट डिवाइडेड इनटू स्थविर एंड महासंगिक्स। ठीक है, इस स्थविर एंड महासंगिक्स जो लेटर ऑन हीनयान फोर्थ बुद्धिस्ट कौंसल के हीनयान ते महायान के अगों चेंज हो जाते हैं। ठीक है, जिदा स्थविर मीन उस स्थिर रहते हो कहते कि कोई चेंज जी नवी आप अपने रिलीजन के नहीं अडॉप्ट कर सकते, जबकि महासंगिक विद द पैसेज ऑफ टाइम चेंज होंगे ने। ठीक है, ये नो चेंजेस ने, ये प्रो चेंजेस ने। इस तरह हीनयान नो चेंजेस ने ते महायान जोड़े है प्रो चेंजेस ने। हीनयान जोड़े मन्या जाता है कि हौली हौली ये बिल्कुल एलिमीनेट हो गए सी। दैन उस तो बाद थर्ड जी बुद्धिस्ट कौंसल हुई है अगेन ये भी थर्ड पिटक जोड़ा है कंपाइल होया भी बहुत इंपॉर्टेंट है 251 BC हुई है अंडर द प्रेजिडेंटशिप ऑफ मोगली पुत्र तिसा ड्यूरिंग द रेन ऑफ अशोका ऑफ मौर्यन डायनेस्टी। एंड ये रिजल्ट की है रेंडरिंग ऑफ स्ट्रिक्ट रूल्स अगेंस्ट संघ डिस्क्रिमिनेशन एंड कंपाइलेशन ऑफ थर्ड पिटक दैट इज अभिधम पिटक। ठीक है, दैन लास्ट जी हुई है फोर्थ ये हुई है कुंडलवन कश्मीर के और ये फर्स्ट सेंचुरी AD के हुई है अंडर द प्रेजिडेंटशिप ऑफ वाशुमित्रा और अश्वघोष के वाइस प्रेजिडेंट से ड्यूरिंग द रेन ऑफ कनिष्का ऑफ कुशन डायनेस्टी। सो ये इदा भी याद कर सकते हो के कुंडलवन कश्मीर कनिष्का कुशन। ठीक है जी, सो ये बेसिकली बुद्धिज्म डिवाइड होया हीनयान ते महायान के। नेक्स्ट क्वेश्चन आ गया थोड़ा PCS 2018 के जो क्वेश्चन आया हड़प्पन सील्स वर मोस्टली मेड ऑफ स्टेटाइट बनिया हुई ने। ठीक है, सो द आंसर इज ऑप्शन A। नैक्सट है द लीडर ऑफ जैन गण का जो लीडर है उन्होंने गनाधर बोलते हैं। सो ये बेसिकली ये बारे थोड़ा जिहा आप पढ़ लें। द लीडर ऑफ जैन गण वॉज नोन एज गनाधर। सो जैनिज्म के गनाधर इज यूज टू रेफर द चीफ डिसिपल ऑफ तीर्थंकार। ठीक है, जो उन्होंने नीचे मतलब आले दुआले घेरा पा के उन्होंने बहते तीर्थंकार जोड़े होंगे वो थरोन पर बहते विदाउट टचिंग इट। राइट, सो अराउंड तीर्थंकार जोड़े गनाधर से बैठते थे। एक बैठने से समावर सन। सो समावास सरना की होंदा सी बेसिकली जिन्होंने आप हॉल ऑफ प्रीचिंग कह दिंदे आ और ये घट्टो घट्ट जड़ियाँ 20,000 पौड़ियां लगियां होंदियां सी। ठीक है, सो उतों जो तीर्थंकार प्रीचिंग करते थे और आले दुआले इन्होंने जो गनाधर बैठते थे और ये जो इन्होंने अपने तीर्थंकार तो मैसेज मिलता सी उन्होंने अगे जो प्रीच करते थे अगे लोगों के। ठीक है, जैन क्लेम एमिनेट्स फ्रॉम तीर्थंकार's body when he preaches and the monastic sangh of Jainism is divided into number of orders or groups called ganas and each gana is headed by ganadhars. Then in 20th century statues depicting Tirthankars and Ganadhars were also unearthed in Mayurbhanj district of Odisha. So ये भी क्वेश्चन कभी ना कभी जरूर आएगा कहीं ना कहीं पेपर के विच। ठीक है, मैंशन किया जरा नोट कर लो। Next who was the Persian adopted by Ashoka to administer in western province. सो तुशप जिहड़ा सीगा एक ग्रीक बंदा सी जिन्होंने अशोका ने अपॉइंट किया सी जूनागढ़ गुजरात नूं देखने वास्ते ओवरव्यू। सो तुशप वाज ए यमन राज मीन्स ग्रीक किंग और गवर्नर ऑफ एम्परर अशोक इन एरिया ऑफ गिरनर नियर जूनागढ़ इन गुजरात इंडिया। नेक्स्ट है हु अमंग द फॉलोइंग वाज द रिफॉर्मर एंड फिलोसफर फ्रॉम रामानंदी संप्रदाय इन द लीनेज ऑफ जग द गुरु रामानंदाचार्य। सो इन्हां दे
ਜਿਹੜੇ ਜਗਤ ਗੁਰੂ ਰਾਮਾਨੰਦ ਆਚਾਰਿਆ ਦੇ ਅੱਗੋਂ ਜਿੱਦਾਂ ਕਹਿ ਲਓ ਹੋਏ ਆ, ਠੀਕ ਹੈ, ਇਹ ਹੋਏ ਤੁਲਸੀਦਾਸ, ठीक है। सो तुलसीदास was a realized soul and saint point often called reformer and philosopher from Ramanandi संप्रदाय तो होया in the lineage of जगत गुरु रामानंद आचार्य ਜਿਹੜੇ ਕਿ ਫੇਮਸ ਸੀਗੇ ਸ਼੍ਰੀ ਰਾਮ ਦੀ ਆਰਾਧਨਾ ਲਈ। ਸੋ ਹੀ ਰੋਟ ਸੇਵਰਲ ਵਰਕਸ ਇਨ, ਇਹਦੇ ਆਪਾਂ ਤੁਲਸੀਦਾਸ ਜੀ ਦੇ ਬਾਰੇ ਗੱਲ ਕਰ ਰਹੇ ਹਾਂ। ਹੀ ਰੋਟ ਸੇਵਰਲ ਪਪੂਲਰ ਵਰਕਸ ਇਨ ਸੰਸਕ੍ਰਿਤ, ਅਵਧੀ ਐਂਡ ਬ੍ਰਜ, but is best known for the author of Hanuman Chalisa and one of the epic Ramacharitra Manas, a retelling of the Sanskrit Ramayana based on Rama's life in the vernacular। अवधि ਦੇ ਵਿੱਚ ਇਹਨਾਂ ਨੇ ਇੱਕ ਤਰ੍ਹਾਂ ਦੀ ਜਿਹੜੀ ਆ ਦੀ ਦਿੱਤੀ ਹੈ ਰਾਮਚਰਿਤ੍ਰ ਮਾਨਸ। His famous literary works ਦੇ ਵਿੱਚ ਆਉਂਦੇ ਰਾਮਚਰਿਤ੍ਰ ਮਾਨਸ, ਰਾਮਲਾਲਾ, ਨਹਾਚੂ, ਬਰਵਾਈ ਰਾਮਾਇਣ, ਪਾਰਵਤੀ ਮੰਗਲ, ਜਨਕੀ ਮੰਗਲ, ਰਾਮਗਿਆ ਪ੍ਰਸ਼ਨਾ, कृष्ण गीतावली, साहित्य रत्न, दोहावली, वैराग्य संदीपानी एंड विनय पत्रिका। नेक्स्ट है द स्टोरी ऑफ विदय माधव की स्टोरी जिहड़ी है यजुर्वेद दे विच मेंशन है। सो ये बेसिकली विदय किंगडम जिहड़ा है किस तरह डेवलप होया ओदी स्टोरी है। सो इट इज नरेटेड इन यजुर्वेदा अकॉर्डिंग टू स्थलपद ब्राह्मण जिहड़ी कमेंट्री है ऑन शुक्ल यजुर्वेद उत्ते, ठीक है। सो विदय माधव माइग्रेटेड फ्रॉम जिहड़ा है वो सरस्वती रिवर तो मिडल गंगा वैली तक मन्निया जाता है कि उन्हें मूँह च ना अग का गोला रखा हुआ सी और वो अग जिहड़ी सीगी वो सारी वैजीटेशन नूं बर्न कर देगी जद तक सदानीर रिवर नहीं आ गया। पर स्टार्टिंग च गल कीती सी सदानीर रिवर बारे जिन्हों अज गंधक रिवर बोलते हैं, ठीक है। तो उत्थों तक जिहड़ा इन्होंने विदय किंगडम जिहड़ा स्थापित कीता सीगा, एस्टैबलिश कीता सी। ही ट्रैवल टुवर्ड्स ईस्ट विद अग्नि बट स्टॉप्ड एट द रिवर सदानीर। सो इत्थे आके उन्हें कहा अग्नि नूं कि हुण मैं कित्थे रवां, ते उन्हें कहा कि मतलब एट द ईस्ट ऑफ सदानीर। सो ईस्टर्न तक जिन्ना भी वैजीटेशन सीगा उन्हें बर्बाद करता, तबाह करता। इन लेटर टाइम सदानीर फॉर्म द बाउंड्री बिटवीन किंगडम्स ऑफ विदय एंड कौशल। नेक्स्ट इंटरनल एग्जाम पीसीएस का जो 2019 ਦੇ ਵਿੱਚ ਹੋਇਆ ਸੀ ਉਹਦੇ ਵਿੱਚ ਜੋ क्वेश्चन आया है, सो विच मेटल डज द टर्म श्यामयास गिवन इन ऋग्वेदा रेफर टू। सो श्यामयास ਜਿਹੜਾ ਹੈ कृष्ण यास भी बोलते ਸੀ ਇਹਨੂੰ, आयरन ਨੂੰ बोलते ਸੀਗੇ। So it was an important metal used for implements in this period. It was called Shamyas or Krishnayas or the dark metal. So it played an important role in the conversion of forest of the Ganga Valley into agricultural lands, ठीक है। आयरन ਦਾ ਵੀ ਜਿਹੜਾ ਲੱਭਣਾ ਸੀ ਉਹ ਵੀ ਇੱਕ ਤਰ੍ਹਾਂ ਜਿੱਦਾਂ ਵੀਲ ਦੀ ਰੈਵੋਲੂਸ਼ਨ ਸੀ, ਨਿਓਲਿਥਿਕ ਰੈਵੋਲੂਸ਼ਨ, ਇਸੇ ਤਰ੍ਹਾਂ ਆਇਰਨ ਦਾ ਲੱਭਣਾ ਜਿਹੜਾ ਸੀਗਾ ਉਹ ਵੀ ਇੱਕ ਤਰ੍ਹਾਂ ਦੀ ਰੈਵੋਲੂਸ਼ਨ ਸੀ, ਠੀਕ ਹੈ। ਇਹਦੇ ਨਾਲ ਬਹੁਤ ਜ਼ਿਆਦਾ ਜਿਹੜੀਆਂ ਅੱਗੋਂ ਸਿਵਲਾਈਜੇਸ਼ਨਸ ਡਿਵੈਲਪ ਹੋਈਆਂ due to the development of agriculture. By the end of Vedic period, the knowledge of iron had reached eastern Uttar Pradesh and Videha. Next है in Milind Panho, the debate between the king Milind and which Buddhist philosopher is formed. So Buddhist philosopher Nalsen ते Milind जिहड़ा है ਉਹਦੇ ਵਿੱਚ ਦੀ ਇਹ debate है। Basically it was related to Buddhism, ठीक है। And later on King Milind जिहड़ा सीगा he adopted Buddhism because he was satisfied by the answers of Nalsen. The Milind Panha is a Buddhist scripture that was written between 100 BC and 200 AD. It claims to be discussion between the Indian Buddhist scholar Nalsen and Indo-Greek monarch Menander of Bactria. Later on, the king Menander changed his name into Milind, ठीक है, and as he was convinced with the answers of Nalsen, he adopted Buddhism, ठीक है जी। Next question हैगा यार ये authors ते list mention कीती है books दी। So सब तो पहला अश्वघोष ਜਿਹੜਾ अश्वघोष ने लिखी है सौंदरानंद, ठीक है। सौंदरानंद was written by अश्वघोष। रघुवंशम was written by कालिदासा, ठीक है। then उस तो बाद मुद्रा रक्षा was written by विशाखदत्त and कदम्बरी was written by बाणभट्ट, right। so this is the correct answer here B 1 3 4 2, right। so next ਜਿਹੜਾ ਪੇਪਰ ਤੁਹਾਡਾ ਆਇਆ ਹੈ 337 ਪੋਸਟ ਆਫ ਹੈਡਮਾਸਟਰ ਔਰ ਜੋ ਵੀ ਪ੍ਰਿੰਸੀਪਲਸ ਦਾ ਐਗਜ਼ਾਮ ਹੋਇਆ ਆ। ਸੋ ਇਹਦੇ ਵਿੱਚ ਸਭ ਤੋਂ ਪਹਿਲਾ ਕੁਐਸਚਨ ਜਿਹੜਾ ਦੈਟ ਇਜ਼ ਪਾਣਿਨੀ ਐਂਡ ਪਤੰਜਲੀ, ਇਹ ਕਿਹਦੇ ਨਾਲ ਰਿਲੇਟਡ ਹੈ? ਨੇਮਸ ਆਫ ਲਿਟਰੇਰੀ ਹਿਸਟਰੀ ਨੇ ਏਸ਼ੀਅਨ ਹਿਸਟਰੀ। ਸੋ ਦੇ ਫਲੋਰਿਸ਼ਡ ਅੰਡਰ ਵਿਚ ਡਾਇਨੈਸਟੀ? ਸੋ ਦੇ ਫਲੋਰਿਸ਼ਡ ਅੰਡਰ ਸੁੰਗ ਡਾਇਨੈਸਟੀ, ਠੀਕ ਹੈ ਜੀ। ਸੋ ਅਸ਼ਟਾਧਿਆਈ ਜਿਹੜਾ ਸੀਗਾ ਗ੍ਰਾਮਰ ਜਿਹੜਾ ਸੰਸਕ੍ਰਿਤ ਰਿਟਾਈ ਸੀਗੀ ਗ੍ਰਾਮਰ ਦੇ ਉੱਤੇ। ਸੋ ਇਟ ਵਾਸ ਰਿਟਨ ਬਾਈ Indian grammarian Panini in 6th to 5th century. Patanjali gave the word the famous Yoga Sutras, ये अपन already study कर चुके हैं ना। Next आगे थोड़ा PCS ਦਾ पेपर 2020 ਦੇ ਵਿੱਚ ਹੋਇਆ ਸੀਗਾ। So first question ਉਹਦਾ ਹੈਗਾ ਆ which among the following is or are correct about the Palas? So
फर्स्ट है द पालास और द पाल, जिन्हों आप कह दें पंजाबी च पाल। सो दे वर आर्डेंट फॉलोअर जैनिज्म। फर्स्ट स्टेटमेंट गलत है बिकॉज दे वर आर्डेंट फॉलोअर्स ऑफ बुद्धिज्म। ठीक है जी, सो स्टेटमेंट गलत है। सेकंड है द पालास फाउंडेड द अनंतपुरी यूनिवर्सिटी फ्रॉम वेयर द मिशनरीज वर वेंट टू तिब्बत टू स्प्रेड जैनिज्म। सो इथों तक स्टेटमेंट जी है बिल्कुल ठीक है, बट अगेन जैनिज्म नहीं आना, इतने क्या आना है बुद्धिज्म। ठीक है जी, सो ये स्टेटमेंट गलत है। सो उन्हें की पूछा यार, करेक्ट आंसर की है, सो कोई भी करेक्ट नहीं है, ऑप्शन इज डी। सो पालास एम्पायर वाज फाउंडेड बाय गोपाल प्रोबेबली इन AD 750। सो पाला का मतलब कि संस्कृत दे विच प्रोटेक्टर वो अपने नाम देंगे इस करके लगाते सीगे। सो द पालास वर स्टॉन सपोर्टर्स ऑफ महायान बुद्धिज्म। द मोनेस्ट्री ऑफ अनंतपुरी बिहार वाज फाउंडेड बाय गोपाल। नेक्स्ट जिहड़ा है तुहाडा दैट इज रिलेटेड टू संगम टेक्स्ट। ठीक है, संगम लिटरेचर नाल रिलेटेड है। संगम टेक्स्ट suggests several stages of social evolution of Tamil people. In this context, consider the following statements. The first statement is the narrative text show that Tamil people of the times were primarily pastoral, means nomadic sige. So they were not nomadic. ठीक है, ये basically जो इन्हों दा primary occupation सीगा that was agriculture. नेक्स्ट है नो रेफरेंस टू ट्रेड एंड इकोनॉमिक एक्टिविटीज हैज बीन मेड इन दीज टेक्स्ट। तो ये भी गलत है क्योंकि रेफरेंस हैगी है ट्रेड दी भी ते इकोनॉमिक एक्टिविटीज दी भी संगम लिटरेचर दे विच। सो दोनों ही स्टेटमेंट नॉट करेक्ट पूछे, सो आंसर आएगा बोथ 1 एंड 2 कि दोवें ही सही नहीं। सो ये थोड़ियां जिहियां मैं तुहानूं संगम लिटरेचर के बारे दस दिंदी हां। वैसे मैं ये पूरी वीडियो भी एंशिएंट हिस्ट्री से बनाई हुई सी संगम लिटरेचर के। इस तोलकापियम एतुतुगाई पतुतुपतु पथिने कलिनक्कु एंड 2 एपिक्स ने जिहदे विच शिल्पाधिकारम ते मणिमेगलाई है। ठीक है, सो ये दोवें स्टोरीज बहुत इंटरेस्टेड ने। दीज आर द एंड विद बुद्धिज्म। ठीक है, बेसिकली सो तोलकापियम वाज ऑथर्ड बाय तोलकापियार। सो ये भी बहुत ज्यादा इंपॉर्टेंट वर्क है। ठीक है, तोलकापियार ने लिखा एंड इज कंसिडर्ड एज द earliest of Tamil literary work. Though it is a work on Tamil grammar, but it also provides insights on the political and socio-economic conditions of that time. Attutugai jehda ਇਹਦੇ ਵਿੱਚ 8 anthologies ਨੇ, means it consists of 8 works, right? ਫਿਰ ਉਦੋਂ ਉਹਦੀ ਵੀ ਅੱਗੋਂ ਸਬ ਪਾਰਟਸ ਨੇ ਜਿਹਦੇ ਵਿੱਚ ਪੱਤੂ ਤੋਂ ਪੱਤੂ ਜਿਹੜਾ ਆ ਉਹਦੇ ਵਿੱਚ 10 ideals ਨੇ, right? फिर अगों उस तो बाद पति निकलू जड़ा आ ਇਹਦੇ ਵਿੱਚ 18 वर्क्स ने एंड इट टेल्स अबाउट एथिक्स एंड मोरल्स एंड 2 एपिक्स जड़ियां शिल्पाधिकारम रिटन बाय, दैट इज वेरी इंपॉर्टेंट। शिल्पाधिकारम रिटन बाय इलैंगो अदिगल एंड मणिमेगला इज रिटन बाय सितलाई सतनार, और शितलाई शतनार भी बोलते हैं इन्हां नूं। दे आल्सो प्रोवाइड वैल्यूएबल डिटेल्स अबाउट संगम सोसाइटी एंड पॉलिटी। साडी स्टेटमेंट में कॉन्ट्राडिक्ट कर गया। ठीक है, क्योंकि ਉਹਦੇ ਵਿੱਚ ਹੈਗਾ ਸੀਗਾ ਕਿ देयर इज नो मेंशन अबाउट द सोशियो इकोनॉमिक कंडीशंस जो भी। संगम पॉलिटी एंड एडमिनिस्ट्रेशन बारे थोड़ा जिहा देख लैंदे आ। सो ड्यूरिंग संगम पीरियड हेरिडिटरी मोनार्की वाज द फॉर्म ऑफ गवर्नमेंट। ईच ऑफ द डायनेस्टीज ऑफ संगम एज हैड अ रॉयल एम्बलम। जिन्नियां भी डायनेस्टी संगम एज ਦੀਆਂ ਹੋਈਆਂ ਨੇ, ਠੀਕ ਹੈ, ਮੇਨਲੀ ਜਿਹੜੀ ਹੈ ਚੋਲਾ, ਚੇਰਾਸ ਤੇ ਪਾਂਡਿਆਸ, ਉਹਨਾਂ ਦਾ ਆਪਣਾ ਇੱਕ ਇਹਦੇ ਵਿੱਚ ਐਮਬਲਮ ਹੁੰਦਾ ਸੀਗਾ ਜਿਹਦੇ ਵਿੱਚ टाइगर चोलास ਦਾ ਸੀਗਾ, ਫਿਸ਼ ਜਾਂ ਕਾਪ ਜਿਹੜੀ ਹੈ ਪਾਂਡਿਆ ਦੀ ਸੀਗੀ ਤੇ ਬੋ ਜਿਹਨੂੰ ਤੀਰ ਕਮਾਨ ਜਿਹੜਾ ਆਪਾਂ ਕਹਿੰਦੇ ਆ ਉਹ ਚੇਰਾਸ ਦਾ ਸੀਗਾ। ठीक है, the king was assisted by a wide body of officials who were categorized into 5 councils. They were ministers, amaechar जिन्होंने बोलते सीगे, priest अंथानर, envoys थुनथार and military commander सेनापति and spies उरार। Major source of fulfilling the royal treasury ਜਿਹੜੀ ਬੂਟੀ ਜਿਹੜੀ ਵਾਰ ਦੇ ਵਿੱਚ ਇਕੱਠੀ ਕਰ ਪੈਸਾ ਇਕੱਠਾ ਕਰ ਰਹੇ ਸੀ। Roads and highways were maintained and guarded to prevent robbery and smuggling. संगम सोसाइटी ਜਿਹੜੀ ਹੈ ਇਹਦੇ ਵਿੱਚ ਜਿਹੜੀ ਲੈਂਡ ਸੀਗੀ ਉਹ 5-fold डिवीजन ਸੀਗੀ। ਕਰੂੰਜੀ ਹਿਲੀਟ੍ਰੈਕਸ, ਮੁਲਾਈ ਪੈਸਟੋਰਲ, ਪਲਾਈ ਡੈਜ਼ਰਟ, ਨੇਤਲ ਕੋਸਟਲ ਤੇ ਮਰੂਦਾ ਐਗਰੀਕਲਚਰਲ ਲੈਂਡ। Tolkappiyam also refers to 4 castes, namely Arsa ruling class, Anthanar, Vanigar carried on trade and commerce and Velar agriculturist. So economy ਦੀ ਗੱਲ ਕਰੀਏ ਤਾਂ ਚੀਫ ਆਕੂਪੇਸ਼ਨ ਜਿਹੜਾ ਐਗਰੀਕਲਚਰ ਸੀਗਾ ਜਿਹਦੇ ਵਿੱਚ ਰਾਈਸ ਜਿਹੜੇ ਆ ਮੋਸਟ ਕਾਮਨ ਕ੍ਰੌਪ ਹੈ। ਹੈਂਡੀਕ੍ਰਾਫਟ ਦੇ ਵਿੱਚ ਵੀਵਿੰਗ, ਮੈਟਲ ਵਰਕਸ, ਕਾਰਪੈਂਟਰੀ, ਸ਼ਿਪ ਬਿਲਡਿੰਗ, ਮੇਕਿੰਗ ਆਫ ornaments using beads, stones and ivory. They were in great demand in the internal and external trade. ठीक है, सो इत्थों ਸਾਨੂੰ ਇਹ ਵੀ ਪਤਾ ਲੱਗ ਗਿਆ ਕਿ ਉਹ ਵੀ ਟ੍ਰੇਡ ਵੀ ਕਰਦੇ ਸੀਗੇ ਆਊਟਸਾਈਡ ਵਰਲਡ ਨਾਲ। ਨੈਕਸਟ ਹੈ which of the following was found in Mohenjo-daro? First ਹੈਗਾ bronze age of image of dancing girls, ਉਹ ਵੀ ਸੀਗੀ। Straight-eyed image of bearded man resembles to our prime minister Modi साहब।
ठीक है। सो देखो भी खोल के, टेराकोटा फिगरिन ऑफ मदर गॉडेस, ठीक है। सो ये तिन्ने ही चीज़ां जड़ियां है मिलदियां ने, सो द आंसर इज ऑल ऑफ दी अबव, ठीक है। सो ਇਹਦੇ ਵਿੱਚ ਕੁਝ ਤੁਹਾਨੂੰ ਚੀਜ਼ਾਂ ਮੈਂ ਮੈਂਸ਼ਨ ਕੀਤੀਆਂ, ਤੁਸੀਂ ਪੜ੍ਹ ਲਓ। ਹਰੱਪਾ ਦੇ ਵਿੱਚ ਜਿੱਦਾਂ ਸਿਮੈਂਟਰੀ ਹੈ, 437 ਕਫਨ ਬੁਰੀਅਲ ਗ੍ਰੇਵਰੀ ਆਊਟਸਾਈਡ ਦਾ ਫੋਰਟ ਪੈਲੇਸ ਵਰਸ਼ਿਪ ਗ੍ਰੇਵਯਾਰਡ। ਇਸੇ ਤਰ੍ਹਾਂ ਮੋਹਨਜੋਦਾਰੋ ਦੇ ਵਿੱਚ ਪ੍ਰੀਪੇਅਰਡ ਗਾਰਮੈਂਟਸ ਟੈਂਪਲ ਲਾਈਕ ਪੈਲੇਸ, ਪਸ਼ੂਪਤੀ ਸੀ, ਸਟੈਚੂ ਆਫ ਡਾਂਸਿੰਗ ਗਰਲ, ਆਈਵਰੀ ਵੇਟ ਪੈਲੇਸ, ਗ੍ਰੇਟ ਪਾਰਕ, ਗ੍ਰੇਟ ਗ੍ਰੇਵਰੀ, ਬੇਡਡ ਮੈਨ, ਮਦਰ ਗॉडेस। then ਕਾਲੀਬੰਗਾ ਦੇ ਵਿੱਚ ਰਾਜਸਥਾਨ ਦੇ ਵਿੱਚ ਲੋਅਰ ਫੋਰਟੀਫਾਈਡ ਟਾਊਨ, ਫਾਇਰ ਅਲਟਰ that is very important, ਬੋਸਟਰੋਫ ਹਿਡਨ ਸਟਾਈਲ, ਵੁਡਨ ਡਰੇਨੇਜ, ਕਾਪਰ ਐਕਸ, ਐਵੀਡੈਂਸ ਆਫ ਅਕਵੇਟ, ਵੁਡਨ ਫਲੋਰਸ, ਇੱਕ ਕੈਬਲ ਹੋਮ, ਠੀਕ ਹੈ। then ਉਸ ਤੋਂ ਬਾਅਦ ਲੋਥਲ ਦੇ ਵਿੱਚ ਪੋਰਟ ਟਾਊਨ, ਐਵੀਡੈਂਸ ਆਫ ਰਾਈਸ, ਫਾਇਰ ਅਲਟਰ ਅਗੇਨ, ਗ੍ਰੇਵਯਾਰਡ, ਆਈਵਰੀ ਵੇਟ, ਬੈਲੈਂਸ, ਕਾਪਰ ਡੋਮ। ਰੰਗਪੁਰ ਦੇ ਵਿੱਚ ਰਾਈਸ ਦੇ ਐਵੀਡੈਂਸ ਮਿਲੇ, ਮਲਾਵਾਂ ਦੇ ਵਿੱਚ ਕਨਾਲਸ ਦੀਆਂ, ਚਨੂਦਰੋ ਦੇ ਵਿੱਚ ਬੈਂਗਲ ਫੈਕਟਰੀ, ਇੰਪੋਰਟ ਓਨਲੀ ਸਿਟੀ ਵਿਦ ਸੀਟਾਡਲ, ਠੀਕ ਹੈ, ਗੜ ਸੀ ਜਿੱਥੇ, ਕਾਰਟਸ ਵਿਦ ਦ ਸੀਟਡ ਡਰਾਈਵਰ। then ਬਾਲਾਕੋਟ ਦੇ ਵਿੱਚ ਬੈਂਗਲ ਫੈਕਟਰੀ, ਦੈਮਾਬਾਦ ਦੇ ਵਿੱਚ ਬ੍ਰੌਂਜ਼ ਬਫਲੋ, ਅਮਰੀ ਦੇ ਵਿੱਚ ਐਕਚੁਅਲ ਰਿਮੇਨਸ ਆਫ ਰਾਈਨੋਸਰੋਸ, ਆਲਮਗੀਰਪੁਰ ਦੇ ਵਿੱਚ ਇੰਪ੍ਰੈਸ਼ਨ ਆਫ ਕਲੋਥ ਔਨ ਅ ਟਰਫ, then ਰੋਪੜ ਦੇ ਵਿੱਚ ਬਿਲਡਿੰਗਸ ਮੇਡ ਆਫ stone and soil, dog is buried with humans in one inscribed statite seal with typical in the pictographs, oval pit burials। ਬਰਨਾਵਲੀ ਦੇ ਵਿੱਚ oval shaped settlement, the only city with radial streets, ठीक है। then Toy-Plow, the largest number of barley grains, Dholagi, the only site to be divided into 3 parts, very important। then ਉਸ ਤੋਂ ਬਾਅਦ giant water reservoir, unique water harnessing system, dams, embankments, stadium and rocket architecture, right? So far we have discussed 28 questions, there are total 52 questions। so next ਆਪਾਂ continue ਕਰਾਂਗੇ ਅਗਲੀ ਵੀਡੀਓ ਦੇ ਵਿੱਚ, right? so that was all for today, thank you very much।